ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਹਵਾ ਏਕ ਕਵਣ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਈਐ, ਜੁਗੋ ਜੁਗ ਟਲ। ਮਾਲੀਏ ਦੋ ਜਹਾਨ ਜਗਤ ਗੁਰੂ, ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਸਰੂਪ। ਬਾਣੀ ਕੇ ਬੋਇਤ ਕਲ ਜੁਗ ਕੇ ਅਵਤਾਰ, ਕੁਰਤਾ ਗੱਦੀ ਤੇ ਵਿਰਾਜਮਾਨ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਅੰਦਰ ਜੁੜ ਬੈਠੀ। ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਕਰੋ ਰਸਨਾ ਨੂੰ ਪਵਿੱਤਰ। ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸੰਗਤਾਂ ਬੜੇ ਧੰਤਾ ਦੇ ਯੋਗ, ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸੇਵਾ ਕਰ ਰਹੇ ਹੋ। ਸੋ ਆਓ ਚੱਲ ਰਹੀ ਬਾਣੀ ਦੀ ਲੜੀਵਾਰ ਕਥਾ ਦੇ ਨਾਲ ਜੁੜੀਏ। ਕਰੋ ਮਨ ਬਿਰਤੀਆਂ ਇਕਾਗਰ, ਤਾਂ ਜੋ ਗੁਰਬਾਣੀ ਦੀ ਸੋਝੀ ਆਵੇ, ਭਜਨ ਬੰਦਗੀ ਦੀ ਸੋਝੀ ਆਵੇ। ਸੋ ਕੱਲ ਆਪ ਸਰਬੱਤ ਸੰਗਤ ਨੇ 16ਵੀਂ ਅਸ਼ਟਪਦੀ ਦੀ ਵਿਆਖਿਆ ਸਰਵਣ ਕੀਤੀ। ਸੋ ਆਓ 17ਵੀਂ ਅਸ਼ਟਪਦੀ ਦੀ ਵਿਆਖਿਆ ਸਰਵਣ ਕਰੀਏ। ਸ਼ਲੋਕ ਸੰਪਰਦਾ ਦੇ ਅਨੁਸਾਰ ਉਥਾਨਕਾ ਇਹ ਹੈ ਕਿ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਰਾਮਸਰ ਸਰੋਵਰ ਦੇ ਕੰਢੇ ਮੰਜੀ ਸਾਹਿਬ ਬੈਠ ਕੇ 16 ਅਸ਼ਟਪਦੀਆਂ ਉਚਾਰਨ ਕਰ ਚੁੱਕੇ ਸਨ। 17ਵੀਂ ਅਸ਼ਟਪਦੀ ਗੁਰੂ ਸਾਹਿਬ ਜੀ ਨੇ ਉਚਾਰਨੀ ਸੀ। ਇਤਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂਆਂ ਦੀ ਧਰਤੀ ਤੇ ਮੱਥਾ ਟੇਕਣ ਲਈ ਆਏ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਮਿਲੇ ਤੇ ਗੁਰੂ ਸਾਹਿਬ ਜੀ ਨੇ ਗੁਰੂ ਸਪੁੱਤਰ ਹੋਣ ਕਰਕੇ ਬੜਾ ਸਤਿਕਾਰ ਕੀਤਾ। ਬਾਬਾ ਸ੍ਰੀ ਚੰਦ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਕੀ ਕਾਰਜ ਕਰ ਰਹੇ ਹੋ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਸੰਸਾਰ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਨਾਮੇ ਬਾਣੀ ਦੀ ਰਚਨਾ ਕਰ ਰਹੇ ਹਾਂ। 16 ਅਸ਼ਟਪਦੀਆਂ ਸੰਪੂਰਨ ਹੋ ਚੁੱਕੀਆਂ, ਬਾਕੀ 8 ਅਸ਼ਟਪਦੀਆਂ ਤੁਸੀਂ ਉਚਾਰਨ ਕਰੋ। 24 ਅਸ਼ਟਪਦੀਆਂ ਰੂਪੀ ਬਾਣੀ ਉਚਾਰਨੀ ਹੈ। ਬਾਬਾ ਸ੍ਰੀ ਚੰਦ ਜੀ ਨੇ ਬੜੀ ਨਿਮਰਤਾ ਸਹਿਤ ਕਹਿ ਕੇ ਕਿਹਾ ਕਿ ਮੈਂ ਇਸ ਦਾ ਅਧਿਕਾਰੀ ਨਹੀਂ, ਇਹ ਕੰਮ ਆਪ ਜੀ ਦਾ ਹੈ। ਗੁਰੂ ਸਾਹਿਬ ਜੀ ਨੇ ਫੇਰ ਬੇਨਤੀ ਕੀਤੀ, ਸਾਡੀ ਖੁਸ਼ੀ ਹੋਵੇਗੀ ਜੇਕਰ ਆਪ ਕੁਝ ਬਾਣੀ ਉਚਾਰਨਾ ਕਰੋ। ਬਾਬਾ ਸ੍ਰੀ ਚੰਦ ਜੀ ਨੇ ਨਿਮਰਤਾ ਸਹਿਤ ਕਿਹਾ ਕਿ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰੇ ਮੂਲ ਮੰਤਰ ਵਿੱਚੋਂ ਕੁਝ ਤੁਕਾਂ ਆਪ ਜੀ ਦੇ ਅੱਗੇ ਭੇਟ ਕਰਦਾ ਹਾਂ। 2 ਸਿਹਾਰੀਆਂ ਦਾ ਭੇਦ ਰੱਖ ਕੇ ਇਹ ਪਦ ਸੁਣਾਇਆ। ਆਦ ਸੱਚ ਜੁਗਾਦ ਸੱਚ ਹੈ, ਭੇ ਸੱਚ ਨਾਨਕ ਹੋਸੀ ਭੇ ਸੱਚ। ਸੰਪਰਦਾ ਵਿੱਚ ਇਸ ਸ਼ਲੋਕ ਦੀ ਉਥਾਨਕਾ ਹੈ ਕਿ ਵਾਸਤਵ ਵਿੱਚ ਪਹਿਲੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ ਹੈ। ਇਹ ਸ਼ਬਦ ਪੰਜਵੇਂ ਪਾਤਸ਼ਾਹ ਨੇ ਗੌੜੀ ਰਾਗ ਵਿੱਚ ਉਚਾਰਨ ਕੀਤਾ ਹੈ। ਬਾਬਾ ਸ੍ਰੀ ਚੰਦ ਜੀ ਤੋਂ ਸੁਣ ਕੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਉਚਾਰ ਕੇ ਸ਼ਲੋਕ ਭਾਈ ਗੁਰਦਾਸ ਜੀ ਪਾਸੋਂ ਲਿਖਾਉਣਾ ਕੀਤਾ ਹੈ। ਆਦ ਸੱਚ ਜੁਗਾਦ ਸੱਚ, ਸ੍ਰਿਸ਼ਟੀ ਦੇ ਮੁੱਢ ਭਾਵ ਪਹਿਲੇ ਉਹ ਪਰਮੇਸ਼ਰ ਸੱਚ ਸਰੂਪ ਸੀ ਜੋ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ, ਉਹ ਸਤ ਸਰੂਪ ਹੁੰਦਾ ਹੈ। ਸਤਯੁਗ, ਤ੍ਰੇਤਾ, ਦੁਆਪਰ ਆਦਿ ਆਵੇਚਨ ਵਿੱਚ ਵੀ ਇਹ ਸੱਚ ਸਰੂਪ ਹੈ। ਭੇ ਸੱਚ ਨਾਨਕ ਹੋਸੀ ਭੇ ਸੱਚ। ਗੁਰੂ ਸਾਹਿਬ ਜੀ ਸ੍ਰੇਸ਼ਟ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਰਤਮਾਨ ਸਮੇਂ ਵਿੱਚ ਵੀ ਉਹ ਸੱਚ ਸਰੂਪ ਹੈ
ਅਤੇ ਭਵਿੱਖਤ ਕਾਲ ਦੇ ਸਮੇਂ ਵਿੱਚ ਵੀ ਉਹ ਸੱਚਾ ਪਰਮੇਸ਼ਰ ਆਪ ਹੀ ਹੋਵੇਗਾ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਰਧਾ ਹੋਣੀ ਚਾਹੀਦੀ ਹੈ। ਸਰਧਾ ਦੇ ਨਾਲ ਫਿਰ ਸੱਚ ਸਰਵਣ ਕਰਕੇ ਮੰਨਣਾ ਹੋਣਾ ਚਾਹੀਦਾ ਹੈ। ਫਿਰ ਸੱਚੀ ਕਮਾਈ ਕਰਕੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸ਼ਟਪਦੀ ਚਰਨ ਸਤ, ਸਤ ਪਰਸਨਹਾਰ, ਪੂਜਾ ਸਤ, ਸਤ ਸੇਵਦਾਰ। ਇੱਥੇ ਗੁਰੂ ਜੀ ਸਤ ਨੂੰ ਸੱਤਾ ਮਾਤਰ ਹੀ ਕਰਦੇ ਹਨ, ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਸੱਚ ਸਰੂਪ ਹੈ, ਜੋ ਤਿੰਨਾਂ ਕਾਲਾਂ ਵਿੱਚ ਨਾਸ ਨਹੀਂ ਹੁੰਦਾ, ਤ੍ਰੈ ਕਾਲ ਆਬਾਦ ਰੂਪ ਹੈ, ਸਾਰਿਆਂ ਦਾ ਅਧਿਸ਼ਠਾਨ ਰੂਪ ਸਤ ਸਰੂਪ ਹੈ। ਭਾਵ ਜੋ ਉਸ ਪਰਮੇਸ਼ਰ ਦਾ ਕੋਈ ਆਕਾਰ ਨਹੀਂ ਜਿਵੇਂ ਜੀਵ ਹੁੰਦਾ ਹੈ। ਇਸ ਕਰਕੇ ਉਸ ਸਤ ਸਰੂਪ ਦੇ ਚਰਨ ਵੀ ਸਤ ਹਨ। ਜਿਹੜਾ ਸਿੱਖ ਉਹਨਾਂ ਦੇ ਚਰਨਾਂ ਨੂੰ ਛੂਹਣ ਵਾਲਾ ਹੈ ਉਹ ਵੀ ਪਲਟ ਕੇ ਸਤ ਸਰੂਪ ਹੀ ਹੋ ਜਾਂਦਾ ਹੈ। ਉਹ ਹਰੀ ਵਾਹਿਗੁਰੂ ਦੇ ਚਰਨ ਸੱਚ ਸਰੂਪ ਹਨ ਤੇ ਉਹਨਾਂ ਚਰਨਾਂ ਨੂੰ ਛੂਹਣ ਵਾਲੇ ਵੀ ਸਤ ਸਰੂਪ ਹੀ ਹੋ ਜਾਂਦੇ ਹਨ। ਜਿਹੜਾ ਉਸ ਵਾਹਿਗੁਰੂ ਸੱਚ ਸਰੂਪ ਦਾ ਪੂਜਨ ਕਰਦਾ ਹੈ ਉਹ ਸੇਵਾ ਕਰਨ ਵਾਲਾ ਵੀ ਸੱਚ ਸਰੂਪ ਹੀ ਹੋ ਜਾਂਦਾ ਹੈ। ਦਰਸ਼ਨ ਸਤ, ਸਤ ਪੇਖਣ ਹਾਰ, ਨਾਮ ਸਤ, ਸਤ ਧਿਆਵਣ ਹਾਰ। ਜਿਨ੍ਹਾਂ ਨੂੰ ਹਰੀ ਵਾਹਿਗੁਰੂ ਸੱਚ ਸਰੂਪ ਦੇ ਦਰਸ਼ਨ ਭਾਵ ਦੀਦਾਰ ਦਾ ਜਲਵਾ ਪ੍ਰਾਪਤ ਹੁੰਦਾ ਹੈ, ਉਹ ਵੇਖਣ ਵਾਲੇ ਵੀ ਉਲਟ ਕੇ ਸਤ ਸਰੂਪ ਹੀ ਹੋ ਜਾਂਦੇ ਹਨ। ਉਸ ਹਰੀ ਅਕਾਲ ਪੁਰਖ ਦਾ ਨਾਮ ਵੀ ਸੱਚਾ ਹੈ ਤੇ ਉਸ ਨਾਮ ਨੂੰ ਧਿਆਉਣ ਵਾਲੇ ਵੀ ਸੱਚ ਸਰੂਪ ਹਨ। ਆਪ ਸਤ ਸਤ ਸਭ ਧਾਰੀ, ਆਪੇ ਗੁਣਕਾਰੀ। ਆਪ ਹਰੀ ਵਾਹਿਗੁਰੂ ਸੱਚ ਸਰੂਪ ਹੈ ਅਤੇ ਉਸ ਦੀ ਰਚੀ ਸਾਰੀ ਸ੍ਰਿਸ਼ਟੀ ਸਤ ਸਰੂਪ ਹੀ ਹੈ। ਉਸ ਦੀ ਮਰਿਆਦਾ ਧਾਰੀ ਹੋਈ ਵੀ ਸੱਚੀ ਹੈ। ਆਪ ਹੀ ਗਿਆਨ ਰੂਪੀ ਗੁਣ ਦੇਣ ਵਾਲਾ ਹੈ ਤੇ ਆਪ ਹੀ ਸ਼ੁਭ ਗੁਣਕਾਰੀ ਭਾਵ ਗੁਣਾਂ ਦੇ ਦੇਣ ਵਾਲਾ ਉਪਕਾਰੀ ਹੈ। ਗੁਣਾਂ ਦੀ ਔਸਧੀ ਦੇਣ ਵਾਲਾ ਹੈ। ਸ਼ਬਦ ਸਤ, ਸਤ ਪ੍ਰਵਕਤਾ, ਸੁਰਤ ਸਤ, ਸਤ ਜਸ ਸੁਣਤਾ। ਸ਼ਬਦ ਵੀ ਸੱਚਾ ਹੈ ਕਿਉਂਕਿ ਸ਼ਬਦ ਨੂੰ ਉਚਾਰਨ ਕਰਨ ਵਾਲਾ ਪਰਮੇਸ਼ਰ ਆਪ ਸੱਚਾ ਹੈ। ਉਸ ਪਰਮੇਸ਼ਰ ਦਾ ਉਪਦੇਸ਼ ਵੀ ਸੱਚ ਸਰੂਪ ਹੈ ਅਤੇ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਵਾਲਾ ਵੀ ਸਤ ਸਰੂਪ ਹੈ। ਜਿਹੜੀ ਬਿਰਤੀ ਪਰਮੇਸ਼ਰ ਦੇ ਨਾਮ ਵਿੱਚ ਜੁੜੀ ਹੈ ਉਹ ਵੀ ਸਤ ਸਰੂਪ ਹੋ ਜਾਂਦੀ ਹੈ ਅਤੇ ਵਡਿਆਈ ਸੁਣਨ ਵਾਲਾ ਵੀ ਸਤ ਸਰੂਪ ਹੀ ਹੋ ਜਾਂਦਾ ਹੈ। ਹਰੀ ਵਾਹਿਗੁਰੂ ਦਾ ਜਸ ਵੀ ਸਤ ਹੈ ਤੇ ਜੋ ਜੀਵ ਬਿਰਤੀ ਲਗਾ ਕੇ ਵਡਿਆਈ ਨੂੰ ਸੁਣਦਾ ਹੈ ਉਹ ਵੀ ਸਤ ਸਰੂਪ ਹੈ। ਜਿਵੇਂ ਪਾਰਸ ਦੇ ਨਾਲ ਲੋਹਾ, ਜਿਸਤ, ਕਲੀ, ਤਾਂਬਾ ਆਦਿ ਧਾਤਾਂ ਛੋਹਣ ਕਰਕੇ ਸੋਨਾ ਹੀ ਬਣ ਜਾਂਦੀਆਂ ਹਨ, ਇਸੇ ਪ੍ਰਕਾਰ ਸੁੱਧ ਸਰੂਪ ਦੇ ਨਾਲ ਜੁੜਨੇ ਕਰਕੇ ਜੀਵ ਵੀ ਸਤ ਸਰੂਪ ਹੀ ਹੋ ਜਾਂਦਾ ਹੈ। ਕੰਨ ਵੀ ਜਸ ਸੁਣਨ ਵਾਲੇ ਉਲਟ ਕੇ ਸਤ ਸਰੂਪ ਹੀ ਹੋ ਜਾਂਦੇ ਹਨ। ਜੀਵਨ ਬਦਲ ਜਾਂਦਾ ਹੈ। ਬੂਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਗੁਰੂ ਸਾਹਿਬ ਦੁਆਰਾ ਸਮਝਣ ਵਾਲੇ ਨੂੰ ਸਾਰਿਆਂ ਵਿੱਚ ਸਤ ਸਰੂਪ ਹੀ ਪ੍ਰਤੀਤ ਹੁੰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਵਾਹਿਗੁਰੂ ਸਤ ਤੋਂ ਸਤ ਸਰੂਪ ਹੈ। ਉਹ ਵਾਹਿਗੁਰੂ ਨਿਸ਼ਚੈ ਕਰਕੇ ਸੱਚ ਸਰੂਪ ਹੈ। ਪਰਮੇਸ਼ਰ ਆਪ ਹੀ ਸਤ ਸਰੂਪ ਹੈ ਤੇ ਉਸ ਦੇ ਨਾਮ ਦੀ ਸੋਭਾ ਵੀ ਸਤ ਹੀ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ। ਜਿਸ ਜਗਿਆਸੂ ਨੇ ਆਪਣੇ ਹਿਰਦੇ ਵਿੱਚ ਅਨੁਭਵ ਕਰ ਲਿਆ ਹੈ ਕਿ ਉਹ ਹਰੀ ਵਾਹਿਗੁਰੂ ਸਤ ਚਿਤ ਆਨੰਦ ਸਰੂਪ ਹੈ, ਉਸ ਨੇ ਸਾਰੇ ਕਾਰਜਾਂ ਨੂੰ ਕਰਾਉਣ ਵਾਲੇ ਪ੍ਰੇਰਕ ਜੋ ਤੱਤਾਂ ਦੁਆਰਾ ਗੁਣਾਂ ਦੁਆਰਾ ਪ੍ਰਕਿਰਤੀ ਦਾ ਮੁੱਢ ਕਾਰਨ ਰੂਪ ਪਰਮੇਸ਼ਰ ਹੈ ਉਸ ਨੂੰ ਜਾਣ ਲਿਆ ਹੈ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਸ ਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹਰੀ ਵਾਹਿਗੁਰੂ ਦਾ ਭਰੋਸਾ ਆਇਆ ਹੈ, ਉਸ ਦੇ ਅੰਤਸ਼ਕਰਨ ਵਿੱਚ ਸਿਧਾਂਤ ਰੂਪ ਪਰਮੇਸ਼ਰ ਦਾ ਗਿਆਨ ਪ੍ਰਕਾਸ਼ ਹੋ ਆਇਆ ਹੈ। ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ।
ਜਿਸਨੂੰ ਵਾਹਿਗੁਰੂ ਦੇ ਸਰੂਪ ਦਾ ਗਿਆਨ ਹੋ ਗਿਆ, ਉਹ ਭੈ ਰੂਪ ਜਗਤ ਤੋਂ ਨਿਡਰ ਹੋ ਕੇ ਹਰੀ ਵਾਹਿਗੁਰੂ ਵਿੱਚ ਬਸਣ ਵਾਲਾ ਹੈ, ਹੋ ਗਿਆ ਹੈ। ਉਹ ਭੈ ਤੋਂ ਨਿਰਭਉ ਹੋ ਕੇ ਸਰੂਪ ਰੂਪੀ ਘਰ ਵਿੱਚ ਬਸਣ ਵਾਲਾ ਹੋ ਗਿਆ ਹੈ। ਜਿਸ ਵਾਹਿਗੁਰੂ ਤੋਂ ਜੀਵ ਕਲਾ ਪੈਦਾ ਹੋਈ ਸੀ, ਉਸੇ ਸਤ ਸਰੂਪ ਵਿੱਚ ਸਮਾਨਾ ਭਾਵ ਸਮਾ ਗਈ। ਬਸਤ ਮਾਇਲੇ ਬਸਤ ਗਡਾਈ, ਤਾਕੂ ਪਿੰਨ ਨਾ ਕਹਿਣਾ ਜਾਈ। ਜਿਵੇਂ ਕਿਸੇ ਚੀਜ਼ ਵਿੱਚ ਚੀਜ਼ ਮਿਲਾ ਲਈ ਜਾਵੇ ਤਾਂ ਫਿਰ ਉਸ ਨੂੰ ਵੱਖਰਾ ਨਹੀਂ ਕਿਹਾ ਜਾਂਦਾ ਜਾ ਸਕਦਾ। ਜਿਵੇਂ ਸੋਨੇ ਦੀ ਵਸਤੂ ਲੈ ਕੇ ਕੁਠਾਲੀ ਵਿੱਚ ਪਾ ਕੇ ਸੋਨੇ ਦੀ ਡਲੀ ਵਿੱਚ ਮੇਲ ਦਈਏ ਤਾਂ ਉਸ ਨੂੰ ਵੱਖਰਾ ਨਹੀਂ ਕਿਹਾ ਜਾ ਸਕਦਾ, ਉਹ ਡਲੀ ਦਾ ਹੀ ਰੂਪ ਹੋ ਜਾਂਦਾ ਹੈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਤੀ ਕਣਕ ਬਖਾਨੀ, ਉਹਨੂੰ ਵੱਖਰਾ ਨਹੀਂ ਕਿਹਾ ਜਾ ਸਕਦਾ। ਜਿਹੜੇ ਪਰਮਾਤਮਾ ਦੇ ਨਾਮ ਵਿੱਚ ਤਦਾਕਾਰ ਹੋ ਗਏ ਹਨ, ਉਹਨਾਂ ਨੂੰ ਪਰਮਾਤਮਾ ਤੋਂ ਅਲੱਗ ਨਹੀਂ ਕਿਹਾ ਜਾ ਸਕਦਾ। ਜਿਵੇਂ ਤਰੰਗ ਜਲ ਦੀ ਲਹਿਰ ਹੈ, ਉਹ ਹਵਾ ਤੋਂ ਰਹਿਤ ਹੋ ਕੇ ਜਲ ਵਿੱਚ ਹੀ ਮਿਲ ਜਾਂਦੀ ਹੈ। ਜਿਵੇਂ ਜਲ ਦਾ ਭਰਿਆ ਭਾਂਡਾ ਜਲ ਵਿੱਚ ਪਾਉਣ ਤੇ ਪਾਣੀ ਵਿੱਚ ਮਿਲ ਜਾਂਦਾ ਹੈ, ਇਸੇ ਪ੍ਰਕਾਰ ਚੇਤਨ ਸੱਤਾ ਰੂਪੀ ਵਸਤੂ ਸਾਡੇ ਅੰਦਰ ਪਰਮੇਸ਼ਰ ਦੀ ਪ੍ਰਤੱਖ ਜੋਤ ਹੈ। ਇੱਕੋ ਜੋਤ ਜੋ ਸਾਰਿਆਂ ਦੇ ਅੰਦਰ ਭਿੰਨ ਭਿੰਨ ਰੂਪ ਹੋ ਕੇ ਪ੍ਰਕਾਸ਼ਦੀ ਹੈ, ਉਸ ਨੂੰ ਪ੍ਰਤੱਖ ਜੋਤ ਕਹਿੰਦੇ ਹਨ। ਜੋ ਅਦੈਵਤ ਰੂਪ ਪਰਮੇਸ਼ਰ ਸਾਰਿਆਂ ਵਿੱਚ ਇੱਕੋ ਜਿਹਾ ਹੈ। ਪੂਜੈ ਬੂਝਣਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਜਿਹੜਾ ਜੀਵ ਸਮਝਣ ਵਾਲਾ ਹੋ ਕੇ ਮਾਇਆ ਤੋਂ ਆਤਮ ਤਤ ਵਸਤ ਦਾ ਨਿਰਣਾ ਕਰਕੇ ਸਮਝ ਲਵੇ, ਜਿਹੜਾ ਜੀਵ ਬੁੱਝਣ ਵਾਲਾ ਹੈ ਉਹ ਗੁਰਾਂ ਦੁਆਰਾ ਸਮਝ ਲੈਂਦਾ ਹੈ। ਉਸ ਨੂੰ ਵਿਵੇਕ ਬਿਬ ਭਾਵ ਦੋ ਜੀਵ ਈਸ਼ਰ ਦੀ ਏਕ ਭਾਵ ਏਕਤਾ ਕਰਕੇ ਸਤ ਚਿੱਤ ਆਨੰਦ ਰੂਪੀ ਵਸਤੂ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਹਰੀ ਵਾਹਿਗੁਰੂ ਨਾਲ ਮਿਲ ਕੇ ਇੱਕੋ ਰੂਪ ਹੀ ਹੋ ਜਾਂਦੇ ਹਨ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਐਸਾ ਹਰੀ ਵਾਹਿਗੁਰੂ ਸੁਆਮੀ ਦਾ ਦਾਸ ਹੁਕਮ ਮੰਨਣ ਵਾਲਾ ਹੁੰਦਾ ਹੈ, ਭਾਵ ਪਰਮੇਸ਼ਰ ਦੀ ਰਜ਼ਾ ਵਿੱਚ ਹੀ ਰਹਿੰਦਾ ਹੈ। ਉਹ ਹੀ ਅਕਾਲ ਪੁਰਖ ਦਾ ਦਾਸ ਹੈ, ਜੋ ਹਮੇਸ਼ਾ ਸੱਚੇ ਮਨ ਨਾਲ ਵਾਹਿਗੁਰੂ ਦਾ ਪੂਜਨ ਕਰਦਾ ਹੈ। ਹਰ ਵਕਤ ਮਨ ਅੰਦਰ ਜੋਤੀ ਸਰੂਪ ਠਾਕੁਰ ਦੀ ਪੂਜਾ ਕਰੇ। ਜਿਹੜਾ ਉਸ ਹਰੀ ਵਾਹਿਗੁਰੂ ਦਾ ਪਾਪੀਆਂ ਵਾਸਤੇ ਨਰਕ ਹੈ, ਉਸ ਨਰਕ ਨੂੰ ਨਾਮ ਹੈ ਵਿਆਸ ਰੂਪ ਅਗਨੀ ਨਾਲ ਜਾਲ ਦੇਵੇ ਤੇ ਆਪਣੀ ਪੂਜਾ ਦੀ ਇੱਛਾ ਛੱਡ ਕੇ ਪਰਮੇਸ਼ਰ ਦਾ ਪੂਜਨ ਕਰਦਾ ਰਹੇ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਭਾਵ ਅਕਾਲ ਪੁਰਖ ਦੇ ਦਾਸ ਬਣਨ ਕਰਕੇ ਉਸ ਦੇ ਅੰਤਸ਼ਕਰਨ ਵਿੱਚ ਪੂਰਾ ਭਰੋਸਾ ਹੈ, ਭਾਵ ਪਰਮੇਸ਼ਰ ਦੀ ਸੱਚੀ ਪ੍ਰਤੀਤੀ ਹੈ। ਅਕਾਲ ਪੁਰਖ ਵਾਹਿਗੁਰੂ ਦੇ ਦਾਸ ਦੀ ਉਜਲ ਮਰਿਆਦਾ ਹੁੰਦੀ ਹੈ। ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਜਿਹੜਾ ਦਾਸ ਹਰੀ ਵਾਹਿਗੁਰੂ ਨੂੰ ਆਪਣੇ ਸਦਾ ਅੰਗ ਸੰਗ ਜਾਣਦਾ ਹੈ, ਉਹ ਹਰੀ ਦਾ ਦਾਸ ਸਦਾ ਨਾਮ ਦੇ ਆਨੰਦ ਵਿੱਚ ਰੰਗਿਆ ਰਹਿੰਦਾ ਹੈ। ਸੇਵਕ ਕੋ ਪ੍ਰਭ ਪਾਲਣਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਐ ਜੀ ਦਾਸ ਨੂੰ ਪਰਮੇਸ਼ਰ ਆਪ ਆਪਣੀ ਕਿਰਪਾ ਕਰਕੇ ਪਾਲਣਾ ਵਾਲਾ ਹੈ। ਭਾਵੇਂ ਅਕਾਲਾਂ ਤੋਂ ਰਹਿਤ ਪਰਮੇਸ਼ਰ ਹੈ, ਪਰ ਫਿਰ ਵੀ ਆਪਣੇ ਦਾਸ ਦੀ ਸਕਾਰ ਭਾਵ ਗੁਪਤ ਰੂਪ ਦੇ ਰੱਖਿਆ ਕਰਦਾ ਹੈ। ਸੋ ਸੇਵਕ ਜਿਸ ਦਇਆ ਪ੍ਰਭ ਤਾਰੈ, ਨਾਨਕ ਸੋ ਸੇਵਕ ਸਾਸ ਸਮਾਰੈ। ਜਿਸ ਉੱਤੇ ਹਰੀ ਵਾਹਿਗੁਰੂ ਦਇਆਲਤਾ ਧਾਰਦਾ ਹੈ, ਉਹ ਦਾਸ ਬਣਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਦਾਸ ਪਰਮੇਸ਼ਰ ਦੇ ਨਾਮ ਨੂੰ ਸਵਾਸ ਸੰਭਾਲਦਾ ਰਹਿੰਦਾ ਹੈ। ਆਪਣੇ ਜਰਕਾ ਪਰਦਾ ਢਾਕੈ। ਹਰੀ ਵਾਹਿਗੁਰੂ ਆਪਣੇ ਸੇਵਕ ਦਾ ਲੋਕ ਪਰਲੋਕ ਵਿੱਚ ਪਰਦਾ ਕੱਜਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਦਾ ਨਿਵਾਸ ਕਾਂਸੀ ਦੇ ਵਿੱਚ ਸੀ,
परमेश्वर की बंदगी का गूढ़ा रंग चढ़िया सी। कबीर साहब जी लखां प्राणियां नूं नाम का रंग ला के परमेश्वर नाल जोड़ रहे सन। कबीर साहब नाल कांसी दे ब्राह्मण बहुत ईर्खा करते सन। एक बारी ब्राह्मणों ने इकट्ठे होकर सोचा कि कबीर की वडियाई बहुत हो गई है। साधुआं नूं चिट्ठियां लिख के पा दित्तियां कि जमातां बना के आओ, कबीर दे घर जग है। उस वेले कबीर जी दे घर शेर आटा भी नहीं सी, इतनी गरीबी सी। कबीर साहब जी एकांत विच बैठे बंदगी कर रहे सन। नरसिंगे बजदे आउण, साधुआं दियां जमातां तुरियां आउण। जदों कबीर साहब जी दे कोल दी लंघण लगे तां कबीर जी पुछण लगे कि जमातां कित्थे चलियां हन। साधु कहण लगे कि तैनूं नहीं पता कांसी विच कबीर साहब दे घर जग है। कबीर साहब जी सोचण लगे कि घर विच तां आटा भी नहीं, जग कितों हो जावेगा। परमेश्वर की बंदगी विच प्रेम नाल समाधि ला के उत्ते ही बैठ गए कि परमेश्वर आप ही लाज रखना करना। तो उस परमेश्वर ने अपने भगत की पैज रखण वास्ते एक कबीर का रूप धार लिया, एक राजे का रूप धार लिया। दो रूप धारण करके सारे साधुआं नूं संभालिया ते बहुत सारा भोजन ते मठियाइयां खुआइयां ते सारे साधुआं नूं नाल मठियाइयां दे के भेजिया ते सारे उसे वेले धन कबीर करते जाण। जदों कबीर जी ने सुनिया तां परमेश्वर का धन्नवाद करन लगे कि आप ही पैज रखना कीती है। जदों कबीर जी घर आए तो सारे लोग कह लगे कि कबीर तेरे जिहा जग किसी ने नहीं किया। तो कबीर जी ने कहा, कबीर ना हम किया ना हम करेंगे, ना कर सकै शरीर, क्या जानो किछ हर किया, भयो कबीर कबीर। कबीर जी कहते ना असीं कर सकते हाँ, ना असीं कीता है, क्या जानो किछ हर किया, मैं की जानदा कि हरि वाहिगुरु ने कीता है और उस दी किरपा दे नाल ही कबीर कबीर होई है। इसे प्रकार जदों कोई औकड़ आ बने उन्हां दे पड़दे आप ही टकदा है। सेवकां दे ओ अकाल पुरख वाहिगुरु अपने सेवक की सर पर रखै। हरि वाहिगुरु अपने दास दी जरूर जदों लोड़ पैंदी है उदों रखिया करदा है। अपने दास को दी वडाई, अपने सेवक को नाम जपाई। हरि वाहिगुरु अपने सेवकां नूं जीवन मुक्ति दी शोभा बख्श दिंदा है। अपने दास नूं किरपा करके आप नाम जपाउंदा है। अपने सेवक की आप पत राखै, ताकि गत मित कोई ना लाखै। हरि वाहिगुरु अपने सेवकां नूं जीवन मुक्ति दी वडियाई शोभा बख्श दिंदा है। हरि वाहिगुरु अपने दास दी आप ही इज्जत रखदा है। तो उस हरि वाहिगुरु दी प्राप्ति रूप मर्यादा नूं कोई नहीं जान सकता। प्रभ के सेवक को ना पहुँचै, प्रभ के सेवक ऊंच ते ऊंचे। हरि वाहिगुरु अकाल पुरख दे मान अभिमान तो रहत दास दे ताई कोई भी राजा महाराजा बराबर नहीं पहुंच सकता, क्योंकि हरि वाहिगुरु दे सेवक भाव दास श्रेष्ठ तो भी श्रेष्ठ होंदे हैं। जो प्रभ अपनी सेवा लाया, नानक सो सेवक दै दिस प्रगटाया। जेड़ा जीव हरि वाहिगुरु ने अपनी टहल विच लाउणा कीता है, सतगुरु जी कथन करते हैं कि उस दास दै दिशे भाव दसे दिशावां विच सूरज वांग प्रगट कीता है। जिवें भगत कबीर जी, भगत फरीद जी, भगत रविदास जी, भगत नामदेव जी, जिन्हां दा जिहड़े कि जुगा जुगा तो सूरज वांग चमकदे आ रहे हैं।
अपने भगतां दी आप पैज रखदा। नेकी कीरी मैकल राखै भस्म करै लश्कर कोट लाखै। जे वाहिगुरू अपनी मर्जी नाल नेकी कीड़ी विच शक्ति रख देवे, भाव ताकत रच देवे, तां बादशाहां ਲੱਖਾਂ ਕਰੋੜਾਂ फौजां नूं सुआह कर सकती है। भाव उस विच इतनी बड़ी ताकत हो जाती है। इसे प्रकार जे वाहिगुरू नेकी कीरी भाव निमरता वाली बिरती विच अपनी कला रख देवे, भाव बिरती नूं ब्रह्माकार कर देवे, तो मन की लखां संकल्पां रूपी फौज संसार नूं मिथ्या निश्चय करन रूप सुआह कर सकती है। जिसका शासन काटते आप ताको राखत देकर हाथ। जिस जीव का सवास परमेश्वर आप नहीं कढ़दा, उसनों कोई नहीं मार सकता। उसनों आप परमेश्वर अपना हाथ दे के रखना करता है। मानस यतन करत बहु पात, इसके कृतप कीर्ते बिरते जात। ये मनुख अनेक प्रकार दे किसी नूं मारन दे यतन करदा है, उस दे सारे काम व्यर्थ ही जाते हैं। जिहड़ा किसी नूं मारन दे यतन करदा है, जिहड़ा किसी दे नाल ईर्खा रखदा है, उसदा कोई भी काम नहीं बनदा। सारे कीते हुए काम व्यर्थ जाते। मारै ना राखै अवर न कोय, सर्व जियां का राखा सोए। गुरमुख जना का नीचा है कि होर ना कोई मार सकता है, ते ना ही कोई होर रखिया कर सकता है। सारिया जीवां दा वो हरि वाहिगुरू आप ही रखियक है। जदों देश काल वस्तु तिन्ने इकट्ठे हो जाते हैं, उदों प्राणी दे शरीर का अंत हो जाता है। जिन्ना चिर देश काल वस्तु इकट्ठे ना होण, उतना चिर आप परमेश्वर रखिया करता है। परमेश्वर तो बिना होर कोई नहीं रख सकता। जिमें बाणी अंदर फरमान है, हर बिन कोई मार जिवाल ना सकै, मन होए निचिंद निसल होए रही है। उस अकाल पुरख तो बगैर कोई मार नहीं सकता। जिसनों रखदा उसनों कोई मार नहीं सकता। काहे सोच करे रे प्राणी, जप नानक प्रभ लख बिड़ाणी। हे प्राणाधारी जीव, तो किस वास्ते चिंता करता है, फिक्र करता है। सतगुरु जी कथन करते हैं कि जिते तू सोचां विच पिया रहिंदा है, उते लखण तो रहत आश्चर्य रूप परमेश्वर का शुद्ध मन हो करके सिमरन करया कर। बारंबार बार प्रभ जपिया, पी अमृत एव मन तन तृपिया। मन बाणी शरीर करके वारी वारी पुन्ना पुन्ना हरि वाहिगुरू का नाम जपना करिए। सारिया वारियां चों मनुखा जन्म विच अपने आप नूं उन्हां तो बार बार भाव बलिहार कुर्बान जाना करिए, जो हरि वाहिगुरू के नाम नूं जपना करते हैं। सत संगत रूपी द्वारे ते जाके मुड़ मुड़ के हरि वाहिगुरू नूं जपना करिए। परमेश्वर की बिरतू तो रहत करन वाले नाम नूं पी के ये अंतस्करण ते शरीर नूं तृप्त कर लईए। नाम रतन जिन गुरमुख पाया, तिस किछ अवर नाही दृष्टाया। जिसने गुरमुख बन के गुरां द्वारा नाम रूपी रतन नूं प्राप्त किया है, उसदी सृष्टि विच कुछ होर नजर नहीं आया। भाव उसनों सारियां विच परमेश्वर की जोत ही दिसदी है। नाम तन नामो रूप रंग, नामो सुकर नाम का संग। उस गुरमुख का नाम ही रोकड़ी धन है, ते नाम ही सुंदर रंग रूप है। नाम नूं ही प्रेम रूपी सुरत बनाउणा कीता है। नाम ही दिल की सफाई ते प्रेम है। उस गुरमुख जन नूं नाम करके ही सरगुण स्वरूप प्राप्त होंदा है। नाम करके ही निर्गुण स्वरूप का आनंद प्राप्त होता है। अते नाम ही उसका परलोक विच काम आउण वाला धन है। उस गुरमुख जन ने परमेश्वर का नाम ही लोक परलोक विच साथी समझिया है, ते उसने नाम विचों ही सारे सुख प्राप्त किए हैं।
ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਹੈ ਨਾਮ ਸਮਾਨੇ। ਜਿਹੜੇ ਗੁਰਮੁਖ ਜਨ ਵਾਹਿਗੁਰੂ ਦੇ ਨਾਮ ਰਸ ਵਿੱਚ ਰੱਜੇ ਹਨ, ਉਹ ਅੰਤਸ਼ਕਰਨ ਤੇ ਸਰੀਰ ਕਰਕੇ ਨਾਮੀ ਪਰਮੇਸ਼ਰ ਦੇ ਨਾਮ ਵਿੱਚ ਅਭੇਦ ਹੋ ਜਾਂਦੇ ਹਨ। ਊੜਤ ਬੈਠਤ ਸੋਵਤ ਨਾਮ, ਕਉ ਨਾਨਕ ਜਨ ਕੈ ਸਦਕਾਮ। ਉੱਠਦਿਆਂ ਬੈਠਦਿਆਂ ਤੇ ਸੌਂਦਿਆਂ ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਦੁਨੀਆ ਤੋਂ ਉਪਰਾਮ ਹੁੰਦਿਆਂ ਤੇ ਸਮਾਧੀ ਵਿੱਚ ਸਥਿਤ ਹੁੰਦਿਆਂ ਅਤੇ ਨਿਰਵਿਲਕ ਵਿਕਲਪ ਅਵਸਥਾ ਨੂੰ ਪ੍ਰਾਪਤ ਹੁੰਦਿਆਂ ਨਾਮ ਨੂੰ ਜਪਦਾ ਰਹੀਏ। ਊੜਤ ਬੈਠਤ ਸੋਵਤ ਧਿਆਈਐ, ਮਾਰਗ ਚਲਤੇ ਹਰੇ ਹਰ ਗਾਈਐ। ਊੜਤ ਬੈਠਤ ਸੋਵਤ ਜਾਗਤ, ਸਦਾ ਸਦਾ ਹਰਿ ਧਿਆਈਐ। ਉੜਦਿਆਂ ਬਹਿੰਦਿਆਂ ਸੌਂਦਿਆਂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਦੇ ਹਮੇਸ਼ਾ ਹੀ ਕੰਮ ਆਉਣ ਵਾਲੀ ਵਸਤੂ ਨਾਮ ਹੀ ਹੈ। ਬੋਲੋ ਜਸ ਜੀਵਾ ਦਿਨ ਰਾਤ, ਪ੍ਰਭ ਆਪਣਾ ਜਨ ਕੀਨੀ ਦਾਤ। ਹੇ ਪ੍ਰਭੂ, ਵਾਹਿਗੁਰੂ ਦਾ ਕੀਰਤਨ ਦਿਨ ਰਾਤ ਜ਼ੁਬਾਨ ਵਿੱਚ ਉਚਾਰਨਾ ਕਰੋ। ਹਰੀ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਇਹ ਬਖਸ਼ਿਸ਼ ਦੇਣਾ ਕੀਤੀ ਹੈ। ਕਲੈ ਭਗਤਾ ਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ। ਜਿਹੜਾ ਮਨ ਦੇ ਉਤਸ਼ਾਹ ਨਾਲ ਵਾਹਿਗੁਰੂ ਦੀ ਭਗਤੀ ਕਰਦਾ ਹੈ, ਉਹ ਆਪਣੇ ਹਰੀ ਵਾਹਿਗੁਰੂ ਦੇ ਨਾਲ ਇੱਕ ਰੂਪ ਹੋ ਕੇ ਅਭੇਦ ਹੋਇਆ ਰਹਿੰਦਾ ਹੈ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਜਿਹੜਾ ਭੂਤ ਕਾਲ ਵਿੱਚ ਹੋਇਆ ਹੈ ਅਤੇ ਜੋ ਹੁਣ ਵਰਤਮਾਨ ਵਿੱਚ ਹੁੰਦਾ ਹੈ ਅਤੇ ਜੋ ਭਵਿੱਖ ਵਿੱਚ ਹੋਵੇਗਾ, ਉਹ ਪਰਮੇਸ਼ਰ ਨੇ ਹੀ ਕੀਤਾ ਹੈ। ਇਹ ਗੁਰਮੁਖ ਜਨ ਜਾਣਦਾ ਹੈ ਅਤੇ ਹਰ ਵੇਲੇ ਆਪਣੇ ਹਰੀ ਵਾਹਿਗੁਰੂ ਦਾ ਹੁਕਮ ਪਛਾਣਦਾ ਹੈ। ਭਾਵ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦਾ ਹੈ। ਤਿਸ ਕੀ ਮਹਿਮਾ ਕੌਣ ਵਖਾਨੋ, ਤਿਸ ਕਾ ਗੁਣ ਕੈ ਏਕ ਨ ਜਾਨੋ। ਉਸ ਗੁਰਮੁਖ ਜਨ ਦੀ ਵਡਿਆਈ ਨੂੰ ਕੌਣ ਕਥਨ ਕਰ ਸਕਦਾ ਹੈ, ਕਿਉਂਕਿ ਉਸ ਸੇਵਕ ਦਾ ਗੁਣ ਇੱਕ ਵੀ ਕਿਹਾ ਨਹੀਂ ਜਾ ਸਕਦਾ। ਮੈਂ ਤਾਂ ਉਸ ਦਾ ਇੱਕ ਗੁਣ ਵੀ ਕਹਿਣਾ ਨਹੀਂ ਜਾਣਦਾ। ਆਠ ਪੈਰ ਪ੍ਰਭ ਵਸੇ ਹਜੂਰੇ, ਕਉ ਨਾਨਕ ਸੇਈ ਜਨ ਪੂਰੇ। ਜਿਹੜੇ ਅੱਠੇ ਪੈਰ ਭਾਵ ਦਿਨ ਰਾਤ ਵਾਹਿਗੁਰੂ ਦੇ ਨਿਕਟ ਵਰਤੀ ਹੋ ਕੇ ਵਸਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਗੁਰਮੁਖ ਜਨ ਪੂਰਨ ਪੁਰਖ ਹੁੰਦੇ ਹਨ। ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿਨ ਜਨ ਦੇ। ਹੇ ਮੇਰੇ ਪਿਆਰੇ ਮਨਾ, ਉਹਨਾਂ ਪਿਆਰਿਆਂ ਦੀ ਸ਼ਰਨ ਲੈਣਾ ਕਰ ਅਤੇ ਉਹਨਾਂ ਜਨਾਂ ਨੂੰ ਆਪਣਾ ਅੰਤਸ਼ਕਰਨ ਤੇ ਸਰੀਰ ਭੇਟਾ ਰੂਪ ਵਿੱਚ ਦੇਣਾ ਕਰ। ਕਿਹਨਾਂ ਨੂੰ? ਜਿਹੜੇ ਹਰ ਵੇਲੇ ਉਸ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਕਟ ਵਰਤੀ ਹੋ ਕੇ ਵਸਦੇ ਹਨ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਜਿਸ ਪੁਰਖ ਨੇ ਆਪਣਾ ਹਰੀ ਵਾਹਿਗੁਰੂ ਪਛਾਣਿਆ ਹੈ, ਉਹ ਪੁਰਖ ਸਾਰੇ ਧਰਮ ਅਰਥ ਕਾਮ ਮੋਖ ਆਦਿ ਪਦਾਰਥਾਂ ਦਾ ਦਾਤਾ ਬਣ ਜਾਂਦਾ ਹੈ। ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ। ਉਸ ਗੁਰਮੁਖ ਜਨ ਦੀ ਓਟ ਵਿੱਚ ਪੈ ਕੇ ਸਾਰੇ ਸੁੱਖਾਂ ਨੂੰ ਪਾ ਲਵੇਂਗਾ। ਉਸ ਦੇ ਦਰਸ਼ਨ ਕਰਕੇ ਜਨਮਾਂ ਜਨਮਾਂਤਰਾਂ ਦੇ ਗੁਨਾਹ ਮੇਟ ਲਵੇਂਗਾ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਹੋਰ ਬੁੱਧੀ ਸਾਰੀ ਚਤੁਰਾਈ ਤਿਆਗ ਦੇਣਾ ਕਰ। ਉਸ ਗੁਰਮੁਖ ਜਨ ਦੀ ਸੇਵਾ ਟਹਿਲ ਵਿੱਚ ਤੂੰ ਨਿਸਕਪਟ ਹੋ ਕੇ ਲੱਗਣਾ ਕਰ, ਕਪਟ ਤੋਂ ਰਹਿਤ ਉਸ ਗੁਰਮੁਖ ਜਨ ਦੀ ਸੇਵਾ ਕਰ। ਆਵਣ ਜਾਲ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਉਸ ਗੁਰਮੁਖ ਜਨ ਦੀ ਸੇਵਾ ਕਰਨੇ ਕਰਕੇ ਫੇਰ ਦੁਬਾਰਾ ਆਉਣਾ ਜਾਣਾ, ਜਨਮ ਧਾਰ ਕੇ ਆਉਣਾ ਨਹੀਂ ਪਵੇਗਾ ਤੇ ਮੌਤ ਦੇ ਮੂੰਹ ਵਿੱਚ ਮੁੜ ਕੇ ਤੇਰਾ ਜਾਣਾ ਨਹੀਂ ਹੋਵੇਗਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਗੁਰਮੁਖ ਜਨ ਦੇ ਹਮੇਸ਼ਾ ਹੀ ਚਰਨਾਂ ਨੂੰ ਪੂਜਣਾ ਕਰ।
ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਹਮੇਸ਼ਾ ਨਿਕਟ ਵਰਤੀ ਹੋ ਕੇ ਬਸਣਾ ਕਰ, ਜੇ ਤੂੰ ਇਹ ਜੀਵਨ ਸਫਲਾ ਕਰਨਾ ਹੈ। ਸੋ ਇਹ ਸਨ 17ਵੀਂ ਅਸ਼ਟਪਦੀ ਦੀ ਵਿਆਖਿਆ ਆਪ ਜੀ ਨੇ ਸਰਵਣ ਕੀਤੀ। ਸਿੱਖਾਂ ਨੇ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਦੇ ਕੀ ਲੱਛਣ ਹਨ, ਸਤਿਗੁਰੂ ਕਿਸ ਨੂੰ ਕਹਿੰਦੇ ਹਨ। ਤਾਂ ਗੁਰੂ ਜੀ 18ਵੀਂ ਅਸ਼ਟਪਦੀ ਦੇ ਵਿੱਚ ਸਤਿਗੁਰੂ ਦੇ ਅਰਥ ਸਮਝਾਉਣਗੇ, ਕਿਸ ਨੂੰ ਕਹਿੰਦੇ ਹਨ। ਸੋ ਆਓ ਇਹਨੇ ਬੇਨਤੀਆਂ ਪ੍ਰਵਾਨ ਕਰਨੀਆਂ। ਬਾਣੀ ਦੀ ਵਿਆਖਿਆ ਕਰਦਿਆਂ ਹੋਇਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਾਧ ਸੰਗਤ ਤੇ ਗੁਰੂ ਮਹਾਰਾਜ ਬਖਸ਼ਣਯੋਗ ਹਨ, ਬਖਸ਼ ਲੈਣਾ ਜੀ। ਸੋ ਗੁਰੂ ਘਰ ਆਇਆ ਕਰੋ, ਸੇਵਾ ਕਰਿਆ ਕਰੋ। ਅੱਜ ਸੰਗਰਾਮ ਦੇ ਦਿਹਾੜੇ ਹਨ। ਤਕਰੀਬਨ 9:15 ਵਜੇ ਅਰਦਾਸ ਬੇਨਤੀ ਹੋਵੇਗੀ। 12 ਮਾਹਾਂ ਦੇ ਜਾਪ ਹੋਣੇ ਹਨ। ਸਮੂਹ ਸੰਗਤ ਨੂੰ ਬੇਨਤੀ ਹੈ ਭਾਈ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ 9:15 ਵਜੇ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ, ਬਾਣੀ ਸੁਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਔਰ ਜਿਨ੍ਹਾਂ ਸੰਗਤਾਂ ਨੇ ਗੁਰੂ ਕੀਆਂ ਦੇਗਾਂ ਦੇ ਵਿੱਚ ਹਿੱਸੇ ਪਾਣੇ ਹਨ, ਉਹ ਰਸਤਾਂ ਵਸਤਾਂ ਗੁਰੂ ਘਰ ਵਿਖੇ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਦੋਇ ਦਾਈ ਦਾਇਆ, ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਗਈ ਮਸ਼ਕਤ ਕਾਲ, ਨਾਨਕ ਦੇ ਮੁਖ ਉਜਰੇ ਖੇਤੀ ਛੁੱਟੀ ਨਾਲ। ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਦੇ ਮੁਖ ਉਜਰੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।